ਸਾਧ ਸੰਗਤ ਜੀ, ਸਾਡਾ ਮਨ ਕਦੇ ਕਿੱਧਰ ਚਲਾ ਜਾਂਦਾ ਹੈ, ਕਦੇ ਕਿੱਧਰ ਚਲਾ ਜਾਂਦਾ ਹੈ। ਭਾਈ ਮਰਦਾਨਾ ਜੀ ਦੇ ਮਨ ਵਿੱਚ ਇੱਕ ਸੰਕਲਪ ਆਇਆ ਕਿ ਮੇਰੀ ਮਾਨਤਾ ਕਿਵੇਂ ਹੋਏਗੀ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਸਾਰੇ ਪੂਜਾ ਕਰਦੇ ਨੇ, ਪਰ ਮੇਰੀ ਪੂਜਾ ਕੋਈ ਨਹੀਂ ਕਰਦਾ। ਇਸ ਤਰ੍ਹਾਂ ਹੋਵੇ ਕਿ ਸਾਰੇ ਮੇਰੀ ਪੂਜਾ ਕਰਨ, ਮੇਰੇ ਅੱਗੇ ਭੇਟਾ ਰੱਖਣ। ਇਹ ਭਾਈ ਮਰਦਾਨਾ ਜੀ ਦੇ ਮਨ ਵਿੱਚ ਫੁਰਨਾ ਆ ਗਿਆ। ਅੰਤਰਜਾਮੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਦੀ ਗੱਲ ਜਾਣ ਗਏ ਤੇ ਉਹ ਮੁਸਕਰਾ ਕੇ ਬੋਲਣ ਲੱਗੇ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਮਰਦਾਨਿਆ, ਜੋ ਤੂੰ ਸੋਚ ਰਿਹਾ ਹੈ ਉਹ ਅਗਲੇ ਪਿੰਡ ਵਿੱਚ ਜਾ ਕੇ ਪੂਰੀ ਕਰਾ ਦੇਵਾਂਗੇ। ਪਰ ਮਰਦਾਨਿਆ, ਇਹ ਸਭ ਕੁਝ ਝੂਠ ਹੈ। ਇਹਦੇ ਨਾਲ ਬੰਦੇ ਦੀ ਮੁਕਤੀ ਨਹੀਂ ਹੁੰਦੀ। ਆਪਣੇ ਆਪ ਨੂੰ ਮੱਥੇ ਟਿਕਾਣੇ, ਆਪਣੀ ਵਡਿਆਈ ਕਰਾਣੀ, ਇਹਦੇ ਨਾਲ ਪਰਮਾਤਮਾ ਦਾ ਕੋਈ ਕਾਰਜ ਸਿੱਧ ਨਹੀਂ ਹੁੰਦਾ। ਆਪਣੇ ਮਨ ਨੂੰ ਝੂਠੀ ਤਸੱਲੀ ਹੁੰਦੀ ਹੈ ਕਿ ਮੇਰੀ ਬੜੀ ਮਾਨਤਾ ਵੱਧ ਰਹੀ ਹੈ, ਲੋਕ ਮੈਨੂੰ ਬੜੇ ਪੂਜਦੇ ਹੈ, ਪਰ ਦੇਖਿਆ ਜਾਏ ਤਾਂ ਹੈ ਕੁਝ ਵੀ ਨਹੀਂ। ਮਰਦਾਨਿਆ, ਇਹ ਜਿਹੜੀ ਦੁਨਿਆਵੀ ਵਡਿਆਈ ਹੈ, ਇਹ ਕੁਝ ਸਵਾਰਦੀ ਨਹੀਂ। ਉਸ ਜਗਤ ਦੀ ਵਡਿਆਈ ਲੋਕੀ ਲੈਣਾ ਚਾਹੁੰਦੇ ਨੇ। ਇਸ ਜਗਤ ਵਿੱਚ ਥੋੜਾ ਚਿਰ ਰਹਿਣਾ ਹੈ। ਜ਼ਿਆਦਾ ਤੋਂ ਜ਼ਿਆਦਾ ਬੰਦਾ 100 ਸਾਲ ਜੀਰੇਗਾ। 100 ਸਾਲ ਦੇ ਪਿੱਛੇ ਵੀ ਬੰਦੇ ਨੇ ਮਰਨਾ ਹੀ ਹੈ। ਫਿਰ ਦੁਨੀਆ ਦੀ ਵਡਿਆਈ ਕਿਸ ਕੰਮ ਆਵੇਗੀ। ਮਰਦਾਨਿਆ, ਇਹ ਦੁਨੀਆ 4 ਦਿਨਾਂ ਦੀ ਵਡਿਆਈ ਵਾਸਤੇ ਬੜੇ ਹੀਲੇ ਕਰਦੀ ਹੈ। ਮੈਨੂੰ ਕੋਈ ਪਦਵੀ ਮਿਲ ਜਾਏ, ਮੇਰੀ ਸ਼ੋਭਾ ਹੋ ਜਾਏ, ਮੈਨੂੰ ਵਡਿਆਈ ਮਿਲ ਜਾਏ। ਸਾਰੇ ਹੀ ਆਪਣੀ ਸ਼ੋਭਾ ਚਾਹੁੰਦੇ ਹੈ, ਪਰ ਇਹਦੇ ਵਿੱਚੋਂ ਮਿਲਣਾ ਕੁਝ ਵੀ ਨਹੀਂ। ਗੁਰੂ ਸਾਹਿਬ ਕਹਿੰਦੇ, ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖੰਡਾ ਵਿੱਚ ਜਾਣੀਏ ਨਾਲ ਚਲੇ ਸਭ ਕੋਏ। ਚੰਗਾ ਨਾਉ ਰਖਾਏ ਕੇ ਜਿਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ। ਇੱਕ ਭੁਲੇਖਾ ਬੰਦੇ ਦੇ ਮਨ 'ਚ ਪੈ ਜਾਂਦਾ ਹੈ। ਉਹ ਪਰਮੇਸ਼ਵਰ ਦੀ ਮਾਇਆ ਹੈ ਜਿਹੜੀ ਇਨਸਾਨ ਨੂੰ ਸਮਝ ਨਹੀਂ ਆਉਣ ਦਿੱਤੀ। ਬੰਦਾ ਵਡਿਆਈਆਂ ਪਿੱਛੇ ਹੀ ਭੱਜਾ ਫਿਰਦਾ ਹੈ। ਜਿੱਥੇ ਦਰਗਾਹ ਵਿੱਚ ਜਾ ਕੇ ਬੰਦੇ ਨੂੰ ਅਟਲ ਪਦਵੀ ਮਿਲਣੀ ਹੈ, ਉਸ ਬਾਰੇ ਬੰਦੇ ਨੇ ਕਦੀ ਸੋਚਿਆ ਨਹੀਂ। ਜਿੱਥੇ ਬੰਦੇ ਨੇ ਜਾਣਾ ਹੈ, ਉਸ ਬਾਰੇ ਬੰਦੇ ਨੇ ਕਦੀ ਨਹੀਂ ਸੋਚਿਆ। ਉਸ ਪਰਮੇਸ਼ਵਰ ਦੇ ਦਰਬਾਰ ਵਿੱਚ ਸਾਨੂੰ ਸਨਮਾਨ ਮਿਲੇਗਾ ਕਿ ਨਹੀਂ ਮਿਲੇਗਾ, ਸਾਡਾ ਕੀ ਬਣੇਗਾ, ਇਸ ਬਾਰੇ ਅਸੀਂ ਕਦੇ ਸੋਚਿਆ ਹੀ ਨਹੀਂ। ਇਸ ਸੰਸਾਰ ਵਿੱਚ ਸਾਡੀ ਸ਼ੋਭਾ ਹੋਵੇ, ਮਹਿਮਾ ਹੋਵੇ, ਇਸ ਪਿੱਛੇ ਹੀ ਉਹ ਲੱਗਾ ਫਿਰਦਾ ਹੈ। ਜਿਹੜੇ ਇਸ ਸੰਸਾਰ ਵਿੱਚ ਨਿਮਾਣੇ ਹੋ ਕੇ ਰਹਿੰਦੇ ਹੈ ਤੇ ਪਰਲੋਕ ਵਿੱਚ ਸਮਾਨ ਕੱਟਣਾ ਚਾਹੁੰਦੇ ਹੈ, ਉਹ ਨਾਮ ਜਪਦੇ ਹੈ, ਉਹ ਨਿਮਾਣੇ ਹੋ ਕੇ ਰਹਿੰਦੇ ਹੈ। ਇਹ ਗੱਲ ਜਦੋਂ ਭਾਈ ਮਰਦਾਨਾ ਜੀ ਨੂੰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਹੀ, ਇਹ ਗੱਲ ਸੁਣ ਕੇ ਭਾਈ ਮਰਦਾਨਾ ਜੀ ਨੂੰ ਸੰਕੋਚ ਹੋਇਆ। ਉਹ ਕਹਿਣ ਲੱਗੇ, ਮਹਾਰਾਜ, ਜਿਵੇਂ ਤੁਸੀਂ ਜਾਣਦੇ ਹੋ ਉਵੇਂ ਕਰੋ। ਗੁਰੂ ਸਾਹਿਬ ਅਜੇ ਗੱਲਾਂ ਕਰ ਹੀ ਰਹੇ ਸਨ। ਇੱਕ ਨਗਰ ਆ ਗਿਆ। ਨਗਰ ਦੇ ਬਾਹਰ ਦਰਖਤਾਂ ਦੀ ਛਾਂ ਦੇ ਹੇਠਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਆਪਣਾ ਆਸਣ ਲਾ ਕੇ ਬੈਠ ਗਏ। ਭਾਈ ਮਰਦਾਨਾ ਜੀ ਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਕੀਰਤਨ ਕੀਤਾ। ਗੁਰੂ ਸਾਹਿਬ ਕਹਿਣ ਲੱਗੇ, ਤੁਸੀਂ ਇਸ ਨਗਰ ਵਿੱਚ ਚਲੇ ਜਾਓ। ਭਾਈ ਮਰਦਾਨਾ ਜੀ ਉਸ ਨਗਰ ਵਿੱਚ ਨਹੀਂ ਗਏ। ਉਹ ਸੋਚਣ ਲੱਗੇ, ਗੁਰੂ ਸਾਹਿਬ ਮੈਨੂੰ ਕੀ ਕਹਿਣਗੇ, ਮੈਂ ਮਨ ਵਿੱਚ ਕੀ ਸੋਚ ਲਿਆ, ਕੀ ਮੰਗ ਲਿਆ। ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਜ਼ਬਰਦਸਤੀ ਉਸ ਨਗਰ ਵਿੱਚ ਭੇਜ ਦਿੱਤਾ। ਜਦੋਂ ਭਾਈ ਮਰਦਾਨਾ ਜੀ ਉਸ ਨਗਰ ਦੇ ਦਰਵਾਜ਼ੇ ਵਿੱਚ ਵੜੇ, ਉੱਥੇ ਜਿੰਨੇ ਵੀ ਲੋਕ ਸਨ, ਉਹ ਭਾਈ ਮਰਦਾਨਾ ਜੀ ਦੇ ਦਰਸ਼ਨ ਕਰਕੇ ਉਹਨਾਂ ਦੇ ਚਰਨਾਂ ਵਿੱਚ ਭੇਟਾ ਰੱਖਣ ਲੱਗੇ ਤੇ ਪੈਰਾਂ ਵਿੱਚ ਮੱਥਾ ਟੇਕਣ ਲੱਗੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਲੋਕਾਂ ਦੇ ਮਨ ਫੇਰਤੇ। ਜਿਵੇਂ ਪਰਮੇਸ਼ਵਰ ਪ੍ਰੇਰਦਾ ਹੈ, ਉੱਦਾਂ ਹੀ ਜੀਵ ਕਰਦਾ ਹੈ। ਸਾਰੇ ਭਾਈ ਮਰਦਾਨਾ ਜੀ ਨੂੰ ਭੇਟਾ ਦੇਣ ਲੱਗੇ ਤੇ ਨਮਸਕਾਰ ਕਰਨ ਲੱਗੇ। ਇੱਕ ਦੂਜੇ ਨੂੰ ਦੇਖ ਕੇ ਜਿਹੜਾ ਆਪਣੇ ਘਰ ਜਾਂਦਾ ਹੈ, ਕੁਝ ਨਾ ਕੁਝ ਭਾਈ ਮਰਦਾਨਾ ਜੀ ਵਾਸਤੇ ਲੈ ਕੇ ਆਉਂਦਾ ਹੈ। ਸਾਰੇ ਪਿੰਡ ਦੇ ਲੋਕ ਆਪਣੇ ਕੰਮਾਂ ਨੂੰ ਛੱਡ ਕੇ ਭਾਈ ਮਰਦਾਨਾ ਜੀ ਦੀ ਪੂਜਾ ਕਰਨ ਲੱਗੇ। ਭਾਈ ਮਰਦਾਨਾ ਜੀ ਬੜੇ ਸੋਹਣੇ ਜਿਹੇ ਥੜੇ ਤੇ ਬੈਠ ਗਏ। ਉਹਨਾਂ ਦੀ ਪਿੰਡ ਦੇ ਵਿੱਚ ਪੂਜਾ ਹੋਣ ਲੱਗੀ। ਭਗਤ ਕਹਿਣ ਲੱਗੇ, ਕੋਈ ਵੱਡਾ ਮਹਾਂਪੁਰਖ ਨਗਰ ਵਿੱਚ ਆਇਆ ਹੈ, ਕੋਈ ਪੂਰਨ ਸੰਤ ਆਇਆ ਹੈ, ਇਹਦੇ ਦਰਸ਼ਨਾਂ ਨਾਲ ਸੁੱਖ ਮਿਲੇਗਾ, ਇਹਦੇ ਦਰਸ਼ਨਾਂ ਨਾਲ ਪਾਪ ਕੱਟੇ ਜਾਣਗੇ, ਸਾਰੇ ਦੁੱਖ ਦੂਰ ਹੋ ਜਾਣਗੇ। ਚਲੋ ਭਾਈ, ਇਹਦੇ ਦਰਸ਼ਨ ਕਰ ਲਈਏ। ਸਾਰੇ ਆਪਸ ਵਿੱਚ ਗੱਲਾਂ ਕਰਨ ਲੱਗੇ। ਜਿਹੜਾ ਵੀ ਇਸ ਸੰਤ ਨੂੰ ਪਦਾਰਥ ਭੇਟਾ ਕਰੇਗਾ, ਕੱਪੜਾ ਲੱਤਾ ਭੇਟਾ ਕਰੇਗਾ, ਦੁੱਧ ਦਹੀਂ ਭੇਟਾ ਕਰੇਗਾ, ਉਸ ਦਾ ਧਨ ਦੌਲਤ ਸਭ ਕੁਝ ਸਫਲ ਹੋ ਜਾਏਗਾ, ਉਹਦੀ ਕੀਤੀ ਸੇਵਾ ਸਫਲ ਹੋ ਜਾਏਗੀ। ਭਾਈ ਮਰਦਾਨਾ ਜੀ ਦੇ ਅੱਗੇ ਕੱਪੜਿਆਂ ਦਾ ਢੇਰ ਲੱਗ ਗਿਆ। ਕੋਈ ਚੱਦਰ ਲਿਆ ਰਿਹਾ, ਕੋਈ ਸ਼ਾਲ ਲਿਆ ਰਿਹਾ,
ਕੋਈ ਪਸ਼ਮੀਨੇ ਦੇ ਥਾਨ ਲਿਆ ਰਿਹਾ। ਭਾਈ ਮਰਦਾਨਾ ਜੀ ਦੇ ਅੱਗੇ ਵੰਨ ਸਵੰਨੀਆਂ ਪੇਟੀਆਂ ਲਿਆ ਕੇ ਰੱਖਣ ਲੱਗੇ। ਮਰਦਾਨਾ ਬੜਾ ਖੁਸ਼ ਹੋ ਗਿਆ। 2 ਪੈਰ ਬੈਠਿਆਂ ਬੀਤ ਗਏ। ਮਰਦਾਨੇ ਦੀ ਮੁਰਾਦ ਪੂਰੀ ਹੋ ਗਈ। ਭਾਈ ਮਰਦਾਨਾ ਜੀ ਉੱਥੋਂ ਉੱਠੇ ਤੇ ਉੱਥੋਂ ਦੇ ਲੋਕਾਂ ਨੇ ਉਹ ਸਾਰਾ ਸਮਾਨ ਆਪਣੇ ਸਿਰ ਤੇ ਚੱਕ ਲਿਆ। ਭਾਈ ਮਰਦਾਨਾ ਜੀ ਉੱਥੇ ਆ ਗਏ ਜਿੱਥੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵਿਰਾਜਮਾਨ ਸੀ। ਬੜੀ ਖੁਸ਼ੀ ਨਾਲ ਭਾਈ ਮਰਦਾਨਾ ਜੀ ਗੁਰੂ ਸਾਹਿਬ ਨੂੰ ਕਹਿੰਦੇ, ਮਹਾਰਾਜ, ਇਸ ਸ਼ਹਿਰ ਦਾ ਬੱਚਾ ਮੇਰਾ ਸੇਵਕ ਬਣ ਗਿਆ। ਵੱਡੇ ਛੋਟੇ ਸਾਰੇ ਮੈਨੂੰ ਮੱਥਾ ਟੇਕਦੇ। ਆਹ ਦੇਖੋ ਕਿੰਨਾ ਸਮਾਨ ਇਹਨਾਂ ਨੇ ਮੈਨੂੰ ਭੇਟਾ ਵੀ ਦਿੱਤਾ। ਸਾਰੇ ਮੇਰੀ ਪੂਜਾ ਕਰਦੇ ਤੇ ਮੈਨੂੰ ਵਧੀਆ ਭੇਟਾਵਾਂ ਦਿੰਦੇ। ਇਹਨਾਂ ਨੇ ਮੇਰੀ ਬੜੀ ਸੇਵਾ ਕੀਤੀ ਹੈ। ਮੈਨੂੰ ਕਿਸੇ ਨੇ ਨਹੀਂ ਪੁੱਛਿਆ ਕਿ ਤੂੰ ਕੌਣ ਹੈ, ਸੱਚਾ ਹੈ ਜਾਂ ਝੂਠਾ ਹੈ। ਮੈਨੂੰ ਪੂਰਾ ਸੰਤ ਸਮਝ ਕੇ ਨਿਰਸੰਸ਼ੇ ਹੋ ਕੇ ਮੈਨੂੰ ਸਾਰਿਆਂ ਨੇ ਪੂਜਿਆ। ਇਹ ਕਹਿ ਕੇ ਭਾਈ ਮਰਦਾਨਾ ਜੀ ਨੇ ਸਾਰੀਆਂ ਚੀਜ਼ਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਅੱਗੇ ਰੱਖ ਦਿੱਤੀਆਂ। ਗੁਰੂ ਸਾਹਿਬ ਹੱਸ ਪਏ, ਮੁਸਕਰਾ ਕੇ ਕਹਿਣ ਲੱਗੇ, ਭਾਈ ਮਰਦਾਨਿਆ, ਕੀ ਲੈ ਕੇ ਆਇਆ ਹੈ? ਤੇਰੇ ਚਿਹਰੇ ਦੀ ਖੁਸ਼ੀ ਦੱਸ ਰਹੀ ਹੈ ਤੂੰ ਬੜਾ ਪ੍ਰਸੰਨ ਹੈ, ਬੜਾ ਖੁਸ਼ ਹੈ। ਅੱਜ ਚੰਗਾ ਚੋਖਾ ਮਾਲ ਤੈਨੂੰ ਮਿਲਿਆ ਹੈ ਜਿਹੜਾ ਲੈ ਕੇ ਤੂੰ ਖੁਸ਼ ਹੋ ਰਿਹਾ ਹੈ। ਭਾਈ ਮਰਦਾਨਾ ਜੀ ਕਹਿਣ ਲੱਗੇ, ਆਪ ਜੀ ਦਾ ਭੇਜਿਆ ਹੋਇਆ ਜਦੋਂ ਮੈਂ ਨਗਰ ਵਿੱਚ ਗਿਆ, ਜੋ ਆਪ ਜੀ ਨੇ ਬਚਨ ਕਿਹਾ ਸੀ ਕਿ ਮੈਂ ਤੇਰਾ ਮਨੋਰਥ ਅਗਲੇ ਪਿੰਡ ਵਿੱਚ ਪੂਰਾ ਕਰ ਦਿਆਂਗਾ, ਮਹਾਰਾਜ ਤੁਹਾਡਾ ਬਚਨ ਪ੍ਰਤੱਖ ਪੂਰਾ ਹੋਇਆ। ਮਹਾਰਾਜ, ਨਗਰ ਦੇ ਬੱਚੇ ਨੇ ਮੇਰੀ ਸੇਵਾ ਕੀਤੀ, ਵੱਡੇ ਛੋਟਿਆਂ ਨੇ ਮੇਰੀ ਸੇਵਾ ਕੀਤੀ, ਇਸਤਰੀ ਪੁਰਸ਼ ਮੈਨੂੰ ਮੱਥਾ ਟੇਕ ਰਹੇ ਸਨ। ਸਾਰੇ ਸ਼ਹਿਰ ਵਿੱਚ ਮੇਰੀ ਮਾਣਤਾ ਹੋਈ ਹੈ। ਜਿੰਨੇ ਰੇਸ਼ਮੀ ਪਸ਼ਮੀਨੇ ਦੇ ਕੱਪੜੇ ਮੈਨੂੰ ਮਿਲੇ ਮੈਂ ਲੈ ਆਇਆ। ਮੈਨੂੰ ਬੜੀ ਮਾਇਆ ਚੜਾਵਾ ਚੜੀ, ਉਹ ਵੀ ਮੈਂ ਲੈ ਆਇਆ। ਆਹ ਦੇਖੋ ਮਹਾਰਾਜ, ਕਿੰਨੇ ਸੋਹਣੇ ਕੱਪੜਿਆਂ ਦੇ ਥਾਨ। ਭਾਈ ਮਰਦਾਨਾ ਜੀ ਨੇ ਗੱਠੜੀ ਖੋਲੀ ਤੇ ਗੁਰੂ ਸਾਹਿਬ ਨੂੰ ਉਹ ਚਾਦਰਾਂ, ਖੇਸ, ਕੰਬਲ, ਵਧੀਆ ਪਸ਼ਮੀਨੇ ਦੇ ਸੂਟ ਭਾਈ ਮਰਦਾਨਾ ਜੀ ਗੁਰੂ ਸਾਹਿਬ ਨੂੰ ਗਿਣ ਕੇ ਦੱਸਣ ਲੱਗੇ। ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਦੀ ਦਸ਼ਾ ਦੇਖੀ। ਉਹਨਾਂ ਨੇ ਦੇਖਿਆ ਕਿ ਭਾਈ ਮਰਦਾਨਾ ਵਿੱਚ ਲੋਭ ਆ ਗਿਆ। ਗੁਰੂ ਸਾਹਿਬ ਇਹ ਦਸ਼ਾ ਸਾਡੀ ਦੱਸ ਰਹੇ ਨੇ। ਭਾਈ ਮਰਦਾਨਾ ਜੀ ਤਾਂ ਇੱਕ ਬਹਾਨਾ ਨੇ, ਉਹ ਗੁਰੂ ਸਾਹਿਬ ਦੇ ਸੇਵਕ ਨੇ, ਉਹਨਾਂ ਵਿੱਚ ਲੋਭ ਨਹੀਂ ਹੋ ਸਕਦਾ। ਪਰ ਇਹ ਇਤਿਹਾਸ ਬਣਨਾ ਸੀ। ਇਤਿਹਾਸ ਬਣੇਗਾ, ਅਸੀਂ ਸੁਣਾਂਗੇ ਤਾਂ ਸਾਡੀਆਂ ਅੱਖਾਂ ਖੁੱਲਣਗੀਆਂ। 10 ਜਾਮਿਆਂ ਵਿੱਚ ਸਾਡੇ ਗੁਰੂ ਸਾਹਿਬਾਨ ਨੇ ਕਈ ਕੌਤਕ ਕੀਤੇ। ਉਹਨਾਂ ਤੋਂ ਸਾਨੂੰ ਵੱਖਰੀ ਸਿੱਖਿਆ ਮਿਲਦੀ ਹੈ। ਉਹਨਾਂ ਤੋਂ ਸਾਨੂੰ ਗਿਆਨ ਮਿਲਦਾ ਹੈ, ਸੋਝੀ ਮਿਲਦੀ ਹੈ। ਇੱਥੇ ਭਾਈ ਮਰਦਾਨਾ ਜੀ ਇੱਕ ਇਨਸਾਨ ਦੇ ਰੂਪ 'ਚ ਨੇ। ਗੁਰੂ ਸਾਹਿਬ ਦੇ ਸਿੱਖ ਦੇ ਰੂਪ 'ਚ ਭਾਈ ਮਰਦਾਨਾ ਜੀ ਬੜੇ ਉੱਚੇ ਨੇ। ਉਹ ਗੁਰੂ ਦਾ ਹੀ ਰੂਪ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਜਦੋਂ ਭਾਈ ਮਰਦਾਨਾ ਜੀ ਦੀ ਇਹ ਦਸ਼ਾ ਦੇਖੀ ਤਾਂ ਗੁਰੂ ਸਾਹਿਬ ਖਿੜ ਕੇ ਹੱਸਣ ਲੱਗ ਪਏ। ਗੁਰੂ ਸਾਹਿਬ ਕਹਿਣ ਲੱਗੇ, ਚੰਗਾ ਮਰਦਾਨਿਆ, ਇੰਨਾ ਮਾਲ ਲੈ ਕੇ ਆਇਆ ਹੈ, ਬੜਾ ਸਮਾਨ ਲੈ ਕੇ ਆਇਆ ਹੈ, ਪਰ ਇਹ ਵਸਤੂਆਂ ਕਿਸੇ ਕੰਮ ਨਹੀਂ ਆਉਂਦੀਆਂ। ਜੋ ਤੂੰ ਲਿਆਇਆ ਉਹ ਠੀਕ ਹੈ, ਪਰ ਹੁਣ ਅਗਲਾ ਵਚਨ ਸੁਣ ਲੈ। ਜਿੰਨਾ ਸਮਾਨ ਤੂੰ ਲੈ ਕੇ ਆਇਆ ਹੈ ਉਹ ਲੁਟਾ ਦੇ, ਉਹ ਸਾਰਾ ਹੀ ਵੰਡ ਦੇ, ਕੁਝ ਵੀ ਪੱਲੇ ਨਾ ਰੱਖੀ। ਕਿਸੇ ਗਰੀਬ ਨੂੰ ਖੇਸ, ਕੰਬਲ ਜਾਂ ਚਾਦਰ ਮਿਲੇਗੀ ਤਾਂ ਤੈਨੂੰ ਅਸੀਸ ਦੇਗਾ। ਉਹਨਾਂ ਨੂੰ ਤਨ ਢੱਕਣ ਨੂੰ ਕੱਪੜਾ ਮਿਲ ਜਾਏਗਾ ਤੇ ਉਹ ਤੈਨੂੰ ਅਸੀਸਾਂ ਦੇਣਗੇ। ਇਹ ਸਾਰਾ ਕੁਝ ਗਰੀਬਾਂ ਵਿੱਚ ਵੰਡ ਦੇ, ਤੈਨੂੰ ਗਰੀਬਾਂ ਦੀਆਂ ਅਸੀਸਾਂ ਤਾਰ ਦੇਣਗੀਆਂ। ਗੁਰੂ ਸਾਹਿਬ ਹੱਸ ਰਹੇ ਸਨ ਤੇ ਮਰਦਾਨਾ ਲੱਜਿਤ ਹੋ ਰਿਹਾ ਸੀ। ਗੁਰੂ ਸਾਹਿਬ ਸੋਚਣ ਲੱਗੇ, ਮੈਂ ਤਾਂ ਵਾਕਈ ਨਿਆਣਾ ਨਿਕਲਿਆ। ਮੈਂ ਅਣਜਾਣਪੁਣੇ ਵਿੱਚ ਇਹ ਚੀਜ਼ਾਂ ਲਿਆਇਆ। ਇਹ ਚੀਜ਼ਾਂ ਸਾਡੇ ਕਿਸ ਕੰਮ? ਗੁਰੂ ਸਾਹਿਬ ਨੇ ਮੈਨੂੰ ਸੋਨੇ ਦੀ ਧਰਤੀ ਦਿਖਾਈ, ਸੋਨੇ ਦੇ ਪਹਾੜ ਦਿਖਾਏ, ਦੁੱਧ ਦੀ ਨਦੀ ਦਿਖਾਈ, ਅੰਮ੍ਰਿਤ ਦੇ ਚਸ਼ਮੇ ਦਿਖਾਏ, ਨਦੀ ਦਿਖਾਈ। ਉੱਥੇ ਤਾਂ ਗੁਰੂ ਸਾਹਿਬ ਨੇ ਮੈਨੂੰ ਲਾਲਚ ਕਰਨ ਨਹੀਂ ਦਿੱਤਾ। ਇਹ ਤਾਂ ਚੀਜ਼ਾਂ ਹੀ ਕੁਝ ਨਹੀਂ। 5-7 ਕੰਬਲ ਨੇ, 5-7 ਖੇਸ ਨੇ, ਕੁਝ ਕੱਪੜੇ ਨੇ, ਮੈਂ ਇਹਨਾਂ ਤੇ ਮਨ ਡੁਲਾ ਰਿਹਾ। ਗੱਲ ਤਾਂ ਕੁਝ ਵੀ ਨਹੀਂ। ਪਾਤਸ਼ਾਹ ਦੇ ਖਜ਼ਾਨੇ ਬੜੇ ਵੱਡੇ ਨੇ ਤੇ ਮੈਂ ਪਾਤਸ਼ਾਹ ਦੇ ਕੋਲ ਹੋ ਕੇ ਨਿੱਕੀਆਂ ਚੀਜ਼ਾਂ ਤੇ ਮਨ ਕਿਉਂ ਡੁਲਾਵਾਂ? ਜੇ ਗੁਰੂ ਸਾਹਿਬ ਨੇ ਮੈਨੂੰ ਸੋਨੇ ਦਾ ਪਹਾੜ ਦਿਖਾਇਆ ਤਾਂ ਮੈਨੂੰ ਸੋਨਾ ਨਹੀਂ ਚੁੱਕਣ ਦਿੱਤਾ, ਮੈਨੂੰ ਲਾਲਚ ਨਹੀਂ ਆਣ ਦਿੱਤਾ ਤੇ ਉਦੋਂ ਮੇਰੇ ਮਨ ਵਿੱਚ ਆਇਆ ਵੀ ਨਹੀਂ। ਮਰਦਾਨਾ ਕਹਿਣ ਲੱਗਾ, ਇਹ ਕੀ ਖੇਡ ਵਰਤਦੀ ਹੈ? ਮੈਂ ਆਪਣਾ ਮਨ ਕਿੱਥੇ ਲਾ ਬੈਠਾ? ਹੁਣ ਭਾਈ ਮਰਦਾਨਾ ਜੀ ਆਪਣੇ ਅਸਲ ਸਰੂਪ ਵਿੱਚ ਆ ਗਏ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਤੇ ਭਰਮ ਦਾ ਪਰਦਾ ਪਾ ਦਿੱਤਾ ਸੀ। ਹੁਣ ਗੁਰੂ ਸਾਹਿਬ ਨੇ ਉਹ ਭਰਮ ਦਾ ਪਰਦਾ ਉਹਨਾਂ ਤੋਂ ਚੁੱਕ ਦਿੱਤਾ। ਉੱਥੇ ਗਰੀਬ ਲੋਕ, ਭੁੱਖੇ ਨੰਗੇ ਲੋਕ ਕੋਲ ਖੜੇ ਸਨ।
ਭਾਈ ਮਰਦਾਨਾ ਜੀ ਨੇ ਉਹ ਸਾਰੀਆਂ ਚੀਜ਼ਾਂ ਉਹਨਾਂ ਲੋਕਾਂ ਵਿੱਚ ਵੜ ਦਿੱਤੀਆਂ। ਭਾਈ ਮਰਦਾਨਾ ਜੀ ਨੇ ਪਦਾਰਥਾਂ ਵੱਲੋਂ ਆਪਣਾ ਮਨ ਵਿਰਕਤ ਕਰ ਲਿਆ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਨੂੰ ਤਿਆਗ ਬਿਰਤੀ ਸਿਖਾ ਰਹੇ ਨੇ। ਭਾਈ ਮਰਦਾਨਾ ਜੀ ਨੇ ਸਾਰਾ ਸਮਾਨ ਉਹਨਾਂ ਲੋਕਾਂ ਵਿੱਚ ਵੜ ਦਿੱਤਾ। ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਦੇ ਬਚਨ ਮੰਨ ਕੇ ਉਹ ਸਭ ਕੁਝ ਗਰੀਬਾਂ ਨੂੰ ਦੇ ਦਿੱਤਾ। ਮੁੜ ਕੇ ਭਾਈ ਮਰਦਾਨਾ ਜੀ ਦੇ ਮਨ ਵਿੱਚ ਵਿਕਾਰ ਨਹੀਂ ਆਇਆ ਕਿ ਮੇਰੀ ਪੂਜਾ ਹੋਏ। ਇਹ ਬਿਰਤੀ ਭਾਈ ਮਰਦਾਨਾ ਜੀ ਦੇ ਮਨ ਵਿੱਚ ਮੁੜ ਕੇ ਨਹੀਂ ਬਣੀ। ਉਹਨਾਂ ਦੀ ਬਿਰਤੀ ਤਿਆਗ ਵਾਲੀ ਬਣ ਗਈ। ਹੁਣ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਅੱਗੇ ਚੱਲ ਪਏ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣਾ ਰੂਪ ਬਦਲ ਲਿਆ। ਮੱਥੇ ਤੇ ਲਾਲ ਰੰਗ ਦਾ ਟਿੱਕਾ ਲਾ ਲਿਆ। ਚੰਦਨ ਤੇ ਕੇਸਰ ਘਿਸਾ ਕੇ ਆਪਣੇ ਮੱਥੇ ਤੇ ਲਾ ਲਿਆ। ਸਿਰ ਉੱਤੇ ਉੱਚੇ ਕੁੱਲੇ ਵਾਲੀ ਟੋਪੀ ਪਾ ਲਈ। ਭਗਵੇਂ ਕੱਪੜੇ ਦੀ ਬੁੱਕਲ ਮਾਰ ਲਈ ਤੇ ਥੱਲੇ ਨੀਲੀ ਧੋਤੀ ਪਾ ਲਈ। ਭਗਵਾਂ ਕੱਪੜਾ ਹਿੰਦੂਆਂ ਦਾ ਹੈ ਤੇ ਨੀਲਾ ਕੱਪੜਾ ਮੁਸਲਮਾਨਾਂ ਦਾ ਹੈ। ਗੁਰੂ ਸਾਹਿਬ ਨੇ ਉੱਪਰ ਭਗਵਾਂ ਕੱਪੜਾ ਪਾ ਲਿਆ ਤੇ ਥੱਲੇ ਨੀਲਾ ਚਾਦਰਾ ਲਾ ਲਿਆ। ਮੋਟੇ ਮੋਟੇ ਮਣਕਿਆਂ ਦੀ ਲੰਮੀ ਸਾਰੀ ਮਾਲਾ ਗੋਡਿਆਂ ਤੱਕ ਪਾ ਲਈ। ਪਹਿਲਾਂ ਤਿੱਲੇ ਵਾਲੀਆਂ ਜੁੱਤੀਆਂ ਹੁੰਦੀਆਂ ਸੀ, ਅੱਜ ਕੱਲ੍ਹ ਕਿਤੇ ਕਿਤੇ ਮਿਲਦੀਆਂ ਨੇ। ਉਸ ਦੇ ਉੱਪਰ ਨੋਕ ਬਣੀ ਹੁੰਦੀ ਹੈ। ਨੋਕ ਵਾਲਾ ਜੁੱਤਾ ਇੱਕ ਪੈਰ ਵਿੱਚ ਪਾ ਲਿਆ, ਦੂਜੇ ਪੈਰ ਵਿੱਚ ਲੱਕੜਾਂ ਦੀ ਖੜਾਉ ਪਾ ਲਈ। ਗੁਰੂ ਸਾਹਿਬ ਨੇ ਐਸਾ ਭੇਸ ਬਣਾ ਲਿਆ, ਨਾ ਪਤਾ ਲੱਗੇ ਹਿੰਦੂ ਹੈ ਤੇ ਨਾ ਪਤਾ ਲੱਗੇ ਮੁਸਲਮਾਨ। ਗੁਰੂ ਸਾਹਿਬ ਦਾ ਬੜਾ ਸੁੰਦਰ ਦਾੜਾ ਸੀ। ਸੁੰਦਰ ਦਾੜੀ ਵਿੱਚ ਕਿਤੇ ਕਿਤੇ ਕਾਲੇ ਕੇਸ ਸਨ, ਕਿਤੇ ਚਿੱਟੇ ਕੇਸ ਸਨ। ਅੱਧੇ ਕਾਲੇ ਕੇਸ ਸਨ, ਅੱਧੇ ਚਿੱਟੇ ਕੇਸ ਸਨ। ਤੇ ਜਦੋਂ ਗੁਰੂ ਸਾਹਿਬ ਬੋਲਦੇ ਤਾਂ ਸਭ ਦਾ ਮਨ ਮੋਹ ਲੈਂਦੇ। ਜੇ ਕੋਈ ਮੁਸਲਮਾਨ ਮਿਲਦਾ ਤੇ ਸ਼ੰਕਾ ਕਰਦਾ, ਜੇ ਉਹ ਇਸਲਾਮੀ ਬੋਲੀ 'ਚ ਬੋਲਦਾ ਤਾਂ ਗੁਰੂ ਸਾਹਿਬ ਵੀ ਇਸਲਾਮੀ ਬੋਲੀ ਬੋਲਦੇ ਤੇ ਉਸਦੇ ਸ਼ੰਕੇ ਦੀ ਉਸਦੇ ਹਿਸਾਬ ਨਾਲ ਨਿਰਵਰਤੀ ਕਰਦੇ। ਜੇ ਕੋਈ ਹਿੰਦੂ ਆ ਕੇ ਪੁੱਛਦਾ, ਮਹਾਰਾਜ ਤੁਸੀਂ ਹਿੰਦੂ ਹੋ, ਤੁਸੀਂ ਨੀਲਾ ਚਾਦਰਾ ਕਿਉਂ ਪਾਇਆ ਹੈ? ਹਿੰਦੂ ਹੋ ਕੇ ਤੁਸੀਂ ਅੱਧੇ ਕੱਪੜੇ ਮੁਸਲਮਾਨਾਂ ਵਾਲੇ ਪਾਏ ਹੈ ਤੇ ਅੱਧੇ ਹਿੰਦੂਆਂ ਵਾਲੇ। ਮੁਸਲਮਾਨ ਕਹਿੰਦੇ, ਜੇ ਤੁਸੀਂ ਮੁਸਲਮਾਨ ਹੋ ਤਾਂ ਅੱਧੇ ਕੱਪੜੇ ਹਿੰਦੂਆਂ ਵਾਲੇ ਕਿਉਂ ਪਾਏ ਹੈ? ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹਨਾਂ ਲੋਕਾਂ ਨੂੰ ਉਹਨਾਂ ਦੀ ਬੋਲੀ 'ਚ ਜਵਾਬ ਦਿੰਦੇ। ਜਿਸ ਤਰ੍ਹਾਂ ਦਾ ਵੀ ਕੋਈ ਪ੍ਰਸ਼ਨ ਪੁੱਛਦਾ, ਗੁਰੂ ਸਾਹਿਬ ਸਭ ਦੇ ਜਵਾਬ ਦਿੰਦੇ। ਲੋਕਾਂ ਨੂੰ ਉਹਨਾਂ ਦੀ ਸਮਝ ਨਹੀਂ ਆਉਂਦੀ। ਗੁਰੂ ਸਾਹਿਬ ਜਿਸ ਰਾਹ ਤੇ ਜਾ ਰਹੇ ਨੇ, ਜਿਹੜਾ ਵੀ ਰਾਹ ਵਿੱਚ ਮਿਲਦਾ ਹੈ, ਗੁਰੂ ਸਾਹਿਬ ਉਸ ਨੂੰ ਇੱਕ ਉਪਦੇਸ਼ ਦਿੰਦੇ ਨੇ, ਸਿਮਰੋ ਨਾਮ, ਪਰਮੇਸ਼ਵਰ ਦਾ ਨਾਮ ਸਿਮਰੋ, ਇਸ ਦੇ ਨਾਲ ਹੀ ਤੁਹਾਡਾ ਕਲਿਆਣ ਹੋਣਾ ਹੈ। ਗੁਰੂ ਸਾਹਿਬ ਕਹਿੰਦੇ, ਮਨ ਵਿੱਚੋਂ ਵਿਕਾਰਾਂ ਨੂੰ ਕੱਢੋ, ਸਾਧ ਸੰਗਤ ਵਿੱਚ ਰਹੋ, ਸੇਵਾ ਕਰੋ। ਗੁਰੂ ਸਾਹਿਬ ਦੀ ਸੇਵਾ, ਧਾਰਮਿਕ ਅਸਥਾਨਾਂ ਦੀ ਸੇਵਾ, ਮਾਨਵਤਾ ਦੀ ਸੇਵਾ, ਗਰੀਬ ਦੀ ਸੇਵਾ ਕਰੋ। ਇਸ ਦੇ ਨਾਲ ਮਨ ਨੀਵਾਂ ਹੋਏਗਾ ਤੇ ਮੱਤ ਉੱਚੀ ਹੋਏਗੀ। ਨਾਮ ਜਪਣ ਵਾਸਤੇ ਸੇਵਾ ਵੀ ਸਹਾਈ ਹੁੰਦੀ ਹੈ। ਸੇਵਾ ਕਰੋ ਤੇ ਨਾਮ ਜਪੋ। ਗਰੀਬ ਨਵਾਜ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਕਥਾ ਆਪ ਸਿੱਖ ਸੰਗਤ ਬੜੇ ਪਿਆਰ ਨਾਲ ਸਰਵਣ ਕਰਦੇ ਹੋ। ਗੁਰੂ ਸਾਹਿਬ ਦੁਨੀਆ ਨੂੰ ਤਾਰਦੇ ਹੋਏ ਪਾਕ ਪੱਟਨ ਦੀ ਧਰਤੀ ਤੇ ਪਹੁੰਚੇ ਹੈ, ਜਿੱਥੇ ਸ਼ੇਖ ਬ੍ਰਹਮ ਬਾਬਾ ਫਰੀਦ ਜੀ ਦੀ ਗੱਦੀ ਤੇ ਬੈਠੇ ਨੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਸ਼ੇਖ ਬ੍ਰਹਮ ਜੀ ਮਿਲਣ ਵਾਸਤੇ ਆਏ। ਉਹ ਪਾਲਕੀ ਵਿੱਚ ਬੈਠੇ ਸਨ। ਜਦੋਂ ਉਹਨਾਂ ਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਉਹ ਪਾਲਕੀ ਵਿੱਚੋਂ ਉਤਰ ਗਏ। ਉਹ ਗੁਰੂ ਸਾਹਿਬ ਦੇ ਕੋਲ ਆਏ ਤੇ ਆ ਕੇ ਉਹਨਾਂ ਨੇ ਗੁਰੂ ਸਾਹਿਬ ਨੂੰ ਸਲਾਮ-ਏ-ਕੁਮ ਕੀਤਾ। ਉਹ ਆ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਝੁਕੇ। ਉਹ ਗੁਰੂ ਸਾਹਿਬ ਨੂੰ ਪੁੱਛਣ ਲੱਗੇ, ਕੋਈ ਰੱਬ ਦੀ ਗੱਲ ਸੁਣਾਓ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਸ਼ੇਖ ਬ੍ਰਹਮ ਉਸ ਵਾਹਿਗੁਰੂ ਜੀ ਦੀ ਸੱਚੀ ਦਰਗਾਹ ਵਿੱਚ ਸੱਚੇ ਮਾਣ ਪਾਉਂਦੇ ਹੈ, ਝੂਠੇ ਵਿਕਾਰਾਂ ਵਿੱਚ ਫਸੇ ਰਹਿੰਦੇ ਹੈ। ਉਹ ਇਸ ਧਰਤੀ ਤੇ ਜੰਮਦੇ ਮਰਦੇ ਰਹਿੰਦੇ ਹੈ, 84 ਲੱਖ ਜੂਨਾਂ ਵਿੱਚ ਭਟਕਦੇ ਰਹਿੰਦੇ ਹੈ। ਬ੍ਰਹਮ ਸ਼ੇਖ ਜਿੱਦਾਂ ਜਿੱਦਾਂ ਗੁਰੂ ਸਾਹਿਬ ਦੇ ਬਚਨ ਸੁਣਦਾ, ਉਸ ਦੇ ਮਨ ਵਿੱਚ ਸ਼ਾਂਤੀ ਵੱਧਦੀ ਤੇ ਸ਼ਰਧਾ ਵੱਧਦੀ। ਉਹ ਕਹਿਣ ਲੱਗਿਆ, ਮਹਾਰਾਜ ਤੁਸੀਂ ਦੋਵੇਂ ਹੱਦਾਂ ਗਵਾ ਕੇ ਵਾਹਿਗੁਰੂ ਜੀ ਦਾ ਨਾਮ ਜਪਣ ਵਾਸਤੇ ਆਖਿਆ, ਮੇਰੇ ਮਨ ਨੂੰ ਬੜਾ ਚੰਗਾ ਲੱਗਾ। ਸ਼ੇਖ ਬ੍ਰਹਮ ਨੇ ਗੁਰੂ ਸਾਹਿਬ ਨੂੰ ਬਾਬਾ ਫਰੀਦ ਜੀ ਦੇ ਸ਼ਲੋਕ ਦੇ ਅਰਥ ਪੁੱਛੇ। ਗੁਰੂ ਸਾਹਿਬ ਨੇ ਉਹਨਾਂ ਨੂੰ ਅਰਥ ਕਰਕੇ ਦੱਸੇ। ਉਹ ਜਿਵੇਂ ਜਿਵੇਂ ਬਾਣੀ ਸੁਣਦੇ, ਉਹਨਾਂ ਨੂੰ ਸੁੱਖ ਮਿਲਦਾ। ਸ਼ੇਖ ਬ੍ਰਹਮ ਜੀ ਇੱਕ ਸ਼ਲੋਕ ਫਰੀਦ ਜੀ ਦਾ ਉਚਾਰਨ ਕਰਦੇ ਹੈ ਤੇ ਇੱਕ ਸ਼ਲੋਕ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਚਾਰਨ ਕਰਦੇ ਹੈ। ਗੁਰੂ ਸਾਹਿਬ ਕਹਿਣ ਲੱਗੇ, ਮਿਲਦਿਆਂ ਸਮਾਂ ਨਹੀਂ ਲੱਗੇਗਾ, ਜੇ ਨੀਅਤ ਰਾਸ ਹੋ ਜਾਏਗੀ। ਬੰਦਾ ਕੰਮ ਤੇ ਬੜੇ ਕਰਦਾ ਹੈ ਪਰ ਨੀਅਤ ਸਾਫ਼ ਨਹੀਂ ਹੁੰਦੀ। ਬੁੱਲੇ ਸ਼ਾਹ ਕਹਿੰਦੇ, ਜੇ ਰੱਬ ਮਿਲਦਾ ਨਾਤਿਆਂ ਤੋਤਿਆਂ ਤਾਂ ਮਿਲਦਾ ਮੱਛੀਆਂ ਡੱਡੂਆਂ ਨੂੰ।
ਬੁੱਲੇ ਸ਼ਾਹ ਰੱਬ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੀਆਂ ਨੀਤਾਂ ਅੱਛੀਆਂ ਨੇ। ਨੀਅਤ ਸਾਡੇ ਅੰਦਰ ਹੀ ਹੈ। ਬੰਦੇ ਦੇ ਕੰਮਾਂ ਕਾਰਾਂ ਤੋਂ ਬੰਦੇ ਦੀ ਨੀਅਤ ਬਾਰੇ ਪਤਾ ਚੱਲ ਜਾਂਦਾ ਹੈ। ਜਿਹਦੀ ਨੀਅਤ ਚੰਗੀ ਹੋਵੇ ਰੱਬ ਉਹਦੇ ਰਾਹ ਆਪ ਹੀ ਖੋਲ੍ਹੀ ਜਾਂਦਾ ਹੈ। ਸ਼ੇਖ ਬ੍ਰਹਮ ਨੇ ਸ਼ਲੋਕ ਉਚਾਰਿਆ, ਫਿਰ ਗੁਰੂ ਸਾਹਿਬ ਨੇ ਸ਼ਲੋਕ ਉਚਾਰਿਆ। ਗੁਰੂ ਸਾਹਿਬ ਕਹਿਣ ਲੱਗੇ, ਜੇ ਅੰਦਰ ਰੂਹ ਕੁਚੱਜੀ ਹੋਵੇ, ਦੇ ਰੂਪ ਮੜੀ ਵਿੱਚ ਕਰਤੂਤਾਂ ਕਾਲੀਆਂ ਹੋਣ, ਕੁਸ਼ੁੱਧ ਹੋਵੇ ਤਾਂ ਵੀ ਵਾਹਿਗੁਰੂ ਨਹੀਂ ਮਿਲਦਾ, ਤੇ ਜੇ ਗੁਣ ਹੋਣ ਤਾਂ ਪਰਮੇਸ਼ਵਰ ਮਿਲਦਾ ਹੈ। ਸ਼ੇਖ ਬ੍ਰਹਮ ਜੀ ਕੁਝ ਸ਼ਲੋਕਾਂ ਦੇ ਅਰਥ ਗੁਰੂ ਸਾਹਿਬ ਨੂੰ ਪੁੱਛਦੇ ਨੇ। ਬਾਬਾ ਫਰੀਦ ਜੀ ਦਾ ਸ਼ਲੋਕ, ਉਹ ਕਿਹੜਾ ਸ਼ਬਦ ਹੈ, ਉਹ ਕਿਹੜੀ ਨੇਕੀ ਹੈ, ਉਹ ਕਿਹੜੇ ਜਵਾਹਰਾਤ ਹਨ, ਉਹ ਕਿਹੜਾ ਮੰਦਰ ਹੈ, ਉਹ ਕਿਹੜਾ ਵੇਸ ਹੈ ਜਿਸ ਦੇ ਨਾਲ ਇੱਕ ਇਸਤਰੀ ਦੇ ਵਸ ਵਿੱਚ ਕੰਤ ਆ ਜਾਵੇ। ਇਹਦਾ ਭਾਵ ਹੈ ਕਿ ਬੰਦੇ ਦੇ ਵਸ ਵਿੱਚ ਰੱਬ ਆ ਜਾਵੇ, ਜਿਸ ਦੇ ਨਾਲ ਰੱਬ ਦੀ ਪ੍ਰਾਪਤੀ ਹੋਵੇ। ਸ਼ੇਖ ਬ੍ਰਹਮ ਜੀ ਕਹਿਣ ਲੱਗੇ, ਮਹਾਰਾਜ ਕਿਰਪਾ ਕਰੋ, ਸ਼ੇਖ ਫਰੀਦ ਜੀ ਦੇ ਇਸ ਸ਼ਲੋਕ ਨੂੰ ਖੋਲ ਕੇ ਦੱਸੋ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਸ਼ੇਖ ਬ੍ਰਹਮ, ਸ਼ੇਖ ਫਰੀਦ ਸਾਹਿਬ ਸਮਝਾ ਰਹੇ ਹੈ, ਸਭਨਾਂ ਦੇ ਅੱਗੇ ਨਿਭ ਕੇ ਰਹਿਣਾ ਇਹ ਅੱਖਰ ਹੈ, ਇਹ ਸ਼ਬਦ ਧਾਰਨ ਕਰਨਾ ਹੈ, ਇਹ ਗੁਣ ਧਾਰਨ ਕਰਨਾ ਹੈ। ਇਹ ਬੰਦਾ ਖੁਦਾ ਦੇ ਰਸਤੇ ਤੇ ਤੁਰਨਾ ਸ਼ੁਰੂ ਹੁੰਦਾ ਹੈ ਤੇ ਖਬਣ ਗੁਣ ਪਰਮੇਸ਼ਵਰ ਦੁੱਖ ਦੇਵੇ ਸੁੱਖ ਦੇਵੇ, ਉਸ ਗੱਲ ਨੂੰ ਸਮਝਣਾ ਤੇ ਉਸ ਨੂੰ ਸਹਿ ਲੈਣਾ, ਉਹਨੂੰ ਜਰ ਲੈਣਾ, ਉਸ ਨੂੰ ਸਹਾਰਨਾ, ਇਹ ਬੜਾ ਵੱਡਾ ਗੁਣ ਹੈ। ਜੋ ਪਰਮੇਸ਼ਵਰ ਕਰਦਾ ਹੈ ਉਹਨੂੰ ਬੁਰਾ ਨਾ ਆਖਣਾ, ਭਾਣੇ ਵਿੱਚ ਰਹਿਣਾ, ਇਹ ਗੁਣ ਆਪਣੇ ਜੀਵਨ ਵਿੱਚ ਧਾਰਨ ਕਰਨੇ ਹੈ। ਆਪਣੇ ਮੁਖ ਤੋਂ ਮਿੱਠੇ ਬੋਲ ਬੋਲਨੇ, ਪਰਮੇਸ਼ਵਰ ਦੀਆਂ ਸਿਫਤਾਂ ਕਰਨੀਆਂ। ਜਿਹੜਾ ਬੰਦਾ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਜਪੇਗਾ ਉਸ ਦੀ ਰਸਨਾ ਮਿੱਠੀ ਹੋ ਜਾਏਗੀ, ਉਸ ਦੀਆਂ ਗੱਲਾਂ ਸਾਡੇ ਮਨ ਨੂੰ ਸ਼ਾਂਤੀ ਦੇਣਗੀਆਂ। ਇਸ ਰਸਨਾ ਦੇ ਨਾਲ ਕਰਤਾਰ ਦੀ ਸਿਫਤ ਕਰਨੀ ਹੈ, ਜਿਵੇਂ ਇਹਦੇ ਵਿੱਚ ਮੜੀਆਂ ਜੜੀਆਂ ਹੋਣ, ਹੀਰੇ ਜਵਾਹਰਤ ਜੜੇ ਹੋਣ। ਇਹ ਉਦੋਂ ਹੁੰਦਾ ਹੈ ਜਦੋਂ ਰਸਨਾ ਗੁਰੂ ਜੀ ਦੇ ਗੁਣ ਗਾਵੇ, ਕਰਤਾਰ ਦੀ ਸਿਫਤ ਕਰੇ, ਨਿਭਣਾ, ਖਿਮਾ ਦਾ ਗੁਣ ਰੱਖਣਾ, ਸਭ ਕੁਝ ਸਹਾਰਨਾ, ਮਿੱਠੇ ਬੋਲ ਬੋਲਣਾ। ਜਿਸ ਇਸਤਰੀ ਵਿੱਚ ਇਹ ਤਿੰਨ ਗੁਣ ਹੋਣਗੇ, ਪਤੀ ਉਹਦੇ ਵਸ ਵਿੱਚ ਹੋ ਜਾਏਗਾ, ਉਹ ਸਹੁਰੇ ਘਰ ਮਾਣ ਪਾਏਗੀ। ਬਾਬਾ ਸ਼ੇਖ ਫਰੀਦ ਜੀ ਕਹਿੰਦੇ ਹੈ, ਹੇ ਮੇਰੀ ਭੈਣੇ, ਇਹ ਤਿੰਨ ਵੇਸ ਬਣਾ ਕੇ ਰੱਖੀ, ਇਹ ਵਿਧੀ ਕਰੇ ਤਾਂ ਕੰਤ ਵਸ ਵਿੱਚ ਆ ਜਾਂਦਾ ਹੈ। ਜੇ ਬੰਦਾ ਇਹ ਗੁਣ ਧਾਰਨ ਕਰ ਲਏ ਤਾਂ ਭਗਵੰਤ ਵਸ ਵਿੱਚ ਆ ਜਾਂਦਾ ਹੈ, ਪਰਮੇਸ਼ਵਰ ਵਸ ਵਿੱਚ ਆ ਜਾਂਦਾ ਹੈ। ਸ਼ੇਖ ਬ੍ਰਹਮ ਗੁਰੂ ਸਾਹਿਬ ਨੂੰ ਪੁੱਛਣ ਲੱਗਾ, ਹੇ ਮਹਾਰਾਜ, ਸੇਵਾ ਕਰਨ ਨਾਲ ਰੱਬ ਦੀ ਮਿਹਰ ਹੁੰਦੀ ਹੈ ਜਾਂ ਜੇ ਰੱਬ ਦੀ ਮਿਹਰ ਹੋਏ ਤਾਂ ਉਹ ਸੇਵਾ ਕਰਦਾ ਹੈ? ਮਹਾਰਾਜ ਮੈਨੂੰ ਇਹ ਨਿਰਣਾ ਕਰਕੇ ਦੱਸੋ ਤਾਂ ਕਿ ਮਹਾਰਾਜ ਮੈਂ ਆਪਣੇ ਹਿਰਦੇ ਵਿੱਚੋਂ ਭਰਮ ਦੂਰ ਕਰ ਲਵਾਂ। ਜਦੋਂ ਸ਼ੇਖ ਬ੍ਰਹਮ ਜੀ ਨੇ ਇਹ ਸਵਾਲ ਗੁਰੂ ਸਾਹਿਬ ਜੀ ਤੋਂ ਪੁੱਛਿਆ ਤਾਂ ਗੁਰੂ ਸਾਹਿਬ ਜੀ ਨੇ ਸ਼ਲੋਕ ਉਚਾਰਿਆ, ਸੇਵਾ ਕਰੇ ਜੋ ਕੰਤ ਕੀ, ਕੰਤ ਤਿਸੀ ਕਾ ਹੋਏ। ਜਿਹੜੀ ਇਸਤਰੀ ਆਪਣੀ ਪਤੀ ਦੀ ਸੇਵਾ ਕਰਦੀ ਹੈ, ਪਤੀ ਉਹਦਾ ਹੁੰਦਾ ਹੈ। ਜਿੰਨੀ ਮਰਜ਼ੀ ਸੋਹਣੀ ਹੋਵੇ ਤੇ ਮਨ ਵਿੱਚ ਹੰਕਾਰ ਹੋਏ ਤਾਂ ਪਤੀ ਕਦੀ ਬਰਬਾਦ ਨਹੀਂ ਕਰਦਾ। ਜਿਹੜਾ ਸੇਵਾ ਕਰੇਗਾ ਮਿਹਰ ਉਹਦੇ ਉੱਤੇ ਹੋਏਗੀ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਸ਼ੇਖ ਆਪਣੇ ਮਨ ਵਿੱਚ ਪੱਕਾ ਕਰਕੇ ਜਾਣ ਲੈ, ਸੇਵਾ ਮੁੱਢ ਹੈ, ਸੇਵਾ ਮੂਲ ਹੈ। ਜਿਹੜੇ ਹੰਕਾਰ ਕਰਦੇ ਹੈ ਉਹਨਾਂ ਨੂੰ ਪ੍ਰਾਪਤੀ ਨਹੀਂ ਹੁੰਦੀ। ਸੇਵਾ ਕਰ ਕਰਕੇ ਘਾਲ ਕਾਲੇ ਤੇ ਆਪਣੇ ਅੰਦਰ ਦੀ ਹਉਮੈ ਦੂਰ ਕਰੇ, ਆਪਣਾ ਤਨ ਤੇ ਮਨ ਸਭ ਕੁਝ ਖੁਦਾ ਨੂੰ ਸਮਰਪਿਤ ਕਰ ਦੇ ਤਾਂ ਉਸ ਵਾਹਿਗੁਰੂ ਦੀ ਨਜ਼ਰ ਹੁੰਦੀ ਹੈ। ਜਿਹੜਾ ਸੇਵਾ ਕਰਦਾ ਹੈ ਉਸ ਤੇ ਨਜ਼ਰ ਹੁੰਦੀ ਹੈ, ਫਿਰ ਉਸ ਨੂੰ ਖੁਦਾ ਆਪਣੇ ਸੱਚਖੰਡ ਵਿੱਚ ਪ੍ਰਵਾਨ ਕਰ ਲੈਂਦਾ ਹੈ। ਪਰ ਜਿਹੜੇ ਹੰਕਾਰ ਕਰਦੇ ਹੈ, ਸੇਵਾ ਨਹੀਂ ਕਰਦੇ, ਉਹ ਜਿੰਨੇ ਮਰਜ਼ੀ ਸੋਹਣੇ ਹੋਣ, ਉਹਦੇ ਕੋਲ ਖੁਦਾ ਪਰਮੇਸ਼ਵਰ ਪਤੀ ਨਹੀਂ ਆਉਂਦਾ। ਗੁਰੂ ਸਾਹਿਬ ਕਹਿੰਦੇ, ਜੋ ਹੰਕਾਰ ਕਰਦਾ ਹੈ, ਸੇਵਾ ਨਹੀਂ ਕਰਦਾ, ਉਹ ਛੁੱਟੜ ਇਸਤਰੀ ਵਾਂਗ ਹੈ, ਉਸ ਤੇ ਕੋਈ ਮਿਹਰ ਨਹੀਂ ਹੁੰਦੀ। ਜਿਹੜੇ ਸੇਵਾ ਭਾਵਨਾ ਵਾਲੇ ਹੈ, ਨਿਮਾਣੇ ਹੈ, ਉਹ ਸਦਾ ਸੁਹਾਗਣ ਰਹਿੰਦੇ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਸ਼ੇਖ ਬ੍ਰਹਮ, ਸੇਵਾ ਕਰਕੇ ਪਰਮੇਸ਼ਵਰ ਵਸ ਵਿੱਚ ਆਉਂਦਾ ਹੈ ਤਾਂ ਮਿਹਰ ਦੀ ਨਿਗਾਹ ਮਿਲਦੀ ਹੈ। ਉਹੀ ਸੁੱਖ ਸੁਹਾਗ ਮਾਣਦੀਆਂ ਨੇ ਜਿਹੜੀਆਂ ਸੇਵਾ ਕਰਦੀਆਂ ਨੇ। ਜਦੋਂ ਸ਼ੇਖ ਬ੍ਰਹਮ ਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਐਸੇ ਬਚਨ ਸੁਣੇ, ਉਸ ਦਾ ਮਨ ਸ਼ਾਂਤ ਹੋ ਗਿਆ। ਉਸਨੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ, ਆਪਣੇ ਦੋਹਾਂ ਹੱਥਾਂ ਨਾਲ ਗੁਰੂ ਸਾਹਿਬ ਦੇ ਚਰਨ ਫੜ ਲਏ
ਗੁਰੂ ਸਾਹਿਬ ਦੇ ਚਰਨਾਂ ਵਾਲੇ ਹੱਥ ਸ਼ੇਖ ਬ੍ਰਹਮ ਨੇ ਆਪਣੇ ਮੂੰਹ ਤੇ ਫੇਰੇ। ਉਹ ਕਹਿਣ ਲੱਗਾ, ਮਹਾਰਾਜ ਮੇਰੇ ਧੰਨ ਭਾਗ ਹੋ ਗਏ, ਮੈਂ ਵੱਡੇ ਭਾਗਾਂ ਵਾਲਾ ਹੋ ਗਿਆ। ਸ਼ੇਖ ਬ੍ਰਹਮ ਗੁਰੂ ਸਾਹਿਬ ਨੂੰ ਕਹਿਣ ਲੱਗਾ, ਤੁਸੀਂ ਆਪ ਹੀ ਖੁਦਾ ਹੋ। ਮਹਾਰਾਜ ਮੈਂ ਤੁਹਾਡੇ ਅੱਗੇ ਬੋਲਦਾ ਰਿਹਾ, ਤੁਹਾਨੂੰ ਗਿਆਨ ਧਿਆਨ ਦਿੰਦਾ ਰਿਹਾ, ਮੇਰੇ ਕੋਲੋਂ ਭੁੱਲ ਹੋ ਗਈ, ਮੈਨੂੰ ਮਾਫ਼ ਕਰ ਦੇਣਾ, ਮੈਨੂੰ ਬਖਸ਼ ਲਓ, ਤੁਹਾਡੇ ਤੋਂ ਵੱਡਾ ਹੋਰ ਕੋਈ ਨਹੀਂ ਹੈ। ਮਹਾਰਾਜ ਮੈਂ ਤੁਹਾਡੇ ਸਨਮੁਖ ਬੜੇ ਬਚਨ ਕੀਤੇ, ਮੈਨੂੰ ਮਾਫ਼ੀ ਬਖਸ਼ਣਾ। ਇਸ ਤਰ੍ਹਾਂ ਬੜੇ ਚੰਗੇ ਬਚਨ ਸ਼ੇਖ ਬ੍ਰਹਮ ਜੀ ਨੇ ਗੁਰੂ ਸਾਹਿਬ ਵਾਸਤੇ ਕੀਤੇ। ਸ਼ੇਖ ਫਰੀਦ ਬਾਬਾ ਫਰੀਦ ਜੀ ਦੀ ਗੱਦੀ ਦੇ ਮਾਲਕ ਸਨ। ਉਹ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਕਹਿਣ ਲੱਗੇ, ਅੱਜ ਤੋਂ ਮੈਂ ਵੀ ਤੁਹਾਡਾ ਸਿੱਖ ਹਾਂ। ਬ੍ਰਹਮ ਸ਼ੇਖ ਕੋਲੋਂ ਬਚਨ ਸੁਣ ਕੇ ਗੁਰੂ ਸਾਹਿਬ ਨੇ ਇੱਕ ਸ਼ਲੋਕ ਉਤਾਰਿਆ, ਰੂਪ ਦੇ ਨਾਲ ਕਾਮੀ ਪੁਰਸ਼ ਦੀ ਦੋਸਤੀ ਹੁੰਦੀ ਹੈ, ਭੁੱਖੇ ਦੀ ਸਵਾਦਾਂ ਨਾਲ ਦੋਸਤੀ ਹੁੰਦੀ ਹੈ, ਲੋਭੀ ਦਾ ਦੌਲਤ ਨਾਲ ਪਿਆਰ ਹੁੰਦਾ ਹੈ, ਜਿਹਨੂੰ ਨੀਂਦ ਆਉਂਦੀ ਹੈ ਉਹਨੂੰ ਪਲੰਘ ਚੰਗਾ ਲੱਗਦਾ ਹੈ, ਕ੍ਰੋਧੀ ਬੰਦਾ ਉਹਨੂੰ ਕੁਝ ਚੰਗਾ ਨਹੀਂ ਲੱਗਦਾ, ਉਹ ਕ੍ਰੋਧ ਵਿੱਚ ਆ ਕੇ ਭੌਂਕਦਾ ਹੈ, ਉਹ ਖੁਆਰ ਹੁੰਦਾ ਹੈ, ਅੰਨਾ ਵਿਅਰਥ ਕੰਮਾਂ ਵਿੱਚ ਤਬਾਹ ਹੁੰਦਾ ਹੈ। ਇਸੇ ਤਰ੍ਹਾਂ ਜਿਵੇਂ ਕਾਮੀ ਨੂੰ ਰੂਪ ਚੰਗਾ ਲੱਗਦਾ ਹੈ, ਭੁੱਖੇ ਨੂੰ ਸਵਾਦ, ਲੋਭੀ ਨੂੰ ਧਨ, ਨੀਂਦਰ ਵਾਲੇ ਨੂੰ ਪਲੰਘ, ਕ੍ਰੋਧੀ ਨੂੰ ਬੋਲਣਾ, ਪਰ ਰੱਬ ਦੇ ਪਿਆਰੇ ਨੂੰ ਰੱਬ ਦਾ ਨਾਮ ਹੀ ਚੰਗਾ ਲੱਗਦਾ ਹੈ। ਗੁਰੂ ਸਾਹਿਬ ਕਹਿਣ ਲੱਗੇ, ਅੰਦਰ ਨਾਮ ਹੋਵੇ, ਨਾਮ ਤੋਂ ਬਿਨਾਂ ਜਿੰਨੀਆਂ ਵੀ ਗੱਲਾਂ ਕਰਨੀਆਂ ਨੇ ਉਹ ਸਾਰਾ ਗੰਦ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੋਹਰੇ ਵਿੱਚ ਲਿਖਦੇ ਨੇ, ਕਾਮੀ ਨੂੰ ਰੂਪ ਚੰਗਾ ਲੱਗਦਾ ਹੈ, ਲੋਭੀ ਨੂੰ ਧਨ ਚੰਗਾ ਲੱਗਦਾ ਹੈ, ਨਿੰਦਰਾ ਵਾਲੇ ਪੁਰਸ਼ ਨੂੰ ਪਲੰਘ ਚੰਗਾ ਲੱਗਦਾ ਹੈ। ਇਸੇ ਤਰ੍ਹਾਂ ਰੱਬ ਦੇ ਪਿਆਰਿਆਂ ਨੂੰ ਕਥਾ ਹੀ ਚੰਗੀ ਲੱਗਦੀ ਹੈ, ਰੱਬ ਦੇ ਪਿਆਰਿਆਂ ਨੂੰ ਪਰਮੇਸ਼ਵਰ ਦੀ ਚਰਚਾ ਚੰਗੀ ਲੱਗਦੀ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸ਼ੇਖ ਬ੍ਰਹਮ ਨੂੰ ਕਹਿਣ ਲੱਗੇ, ਤੇਰੀਆਂ ਗੱਲਾਂ ਮੈਨੂੰ ਬੜੀਆਂ ਚੰਗੀਆਂ ਲੱਗਦੀਆਂ। ਸ਼ੇਖ ਬ੍ਰਹਮ ਗੁਰੂ ਸਾਹਿਬ ਨਾਲ ਪਰਮੇਸ਼ਵਰ ਦੀਆਂ ਗੱਲਾਂ ਕਰਦਾ ਸੀ। ਗੁਰੂ ਸਾਹਿਬ ਕਹਿਣ ਲੱਗੇ, ਸ਼ੇਖ ਬ੍ਰਹਮ ਤੂੰ ਜੋ ਪੁੱਛਣਾ ਪੁੱਛ ਲੈ, ਤੈਨੂੰ ਅਸੀਂ ਸਾਰਾ ਕੁਝ ਦੱਸਾਂਗੇ। ਜਦੋਂ ਸ਼ੇਖ ਬ੍ਰਹਮ ਨੇ ਇਹ ਬਚਨ ਸੁਣੇ, ਉਸਨੇ ਹੋਰ ਪਰਮੇਸ਼ਵਰ ਦੀਆਂ ਗੱਲਾਂ ਗੁਰੂ ਸਾਹਿਬ ਨਾਲ ਕੀਤੀਆਂ। ਉਹ ਬੜਾ ਖੁਸ਼ ਹੋ ਗਿਆ। ਉਹ ਸਾਰੇ ਸ਼ਲੋਕ ਜਿਹੜੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸ਼ੇਖ ਬ੍ਰਹਮ ਨਾਲ ਉਚਾਰੇ, ਸ਼ੇਖ ਬ੍ਰਹਮ ਜੀ ਨੇ ਬਾਬਾ ਫਰੀਦ ਜੀ ਦੀ ਬਾਣੀ ਵਿੱਚੋਂ ਸ਼ਲੋਕ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਪੁੱਛੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਉਹ ਸਾਰੇ ਸ਼ਲੋਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਵਿੱਚ ਦਰਜ ਨੇ। ਆਸਾ ਦੀ ਵਾਰ ਦਾ ਕੁਝ ਭਾਗ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸ਼ੇਖ ਬ੍ਰਹਮ ਦੇ ਨਾਲ ਉਚਾਰਨ ਕੀਤਾ। ਅੰਤ ਵਿੱਚ ਗੁਰੂ ਸਾਹਿਬ ਨੇ ਸ਼ੇਖ ਬ੍ਰਹਮ ਨੂੰ ਅਤ ਉੱਤਮ ਪਦਵੀ ਦਿੱਤੀ। ਗੁਰੂ ਸਾਹਿਬ ਨੇ ਉਸ ਤੇ ਬਖਸ਼ਿਸ਼ ਕੀਤੀ, ਉਹਨਾਂ ਨੂੰ ਪਰਮੇਸ਼ਵਰ ਦਾ ਨਾਮ ਬਖਸ਼ਿਸ਼ ਕਰ ਦਿੱਤਾ। ਸ਼ੇਖ ਬ੍ਰਹਮ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਚੇਲਾ ਬਣ ਗਿਆ। ਹਿਰਦੇ ਵਿੱਚ ਪ੍ਰੇਮ ਧਾਰਨ ਕਰਕੇ ਸ਼ੇਖ ਬ੍ਰਹਮ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕਿਆ। ਕੁਝ ਦਿਨ ਗੁਰੂ ਸਾਹਿਬ ਨੇ ਸ਼ੇਖ ਬ੍ਰਹਮ ਕੋਲ ਡੇਰਾ ਰੱਖਿਆ। ਹਰ ਰੋਜ਼ ਸ਼ੇਖ ਬ੍ਰਹਮ ਗੁਰੂ ਸਾਹਿਬ ਨੂੰ ਬੜਾ ਪਿਆਰ ਕਰਦਾ। ਉਹ ਬੜੇ ਪਿਆਰ ਨਾਲ ਬਚਨ ਕਰੇ ਤੇ ਬੜੇ ਪਿਆਰ ਨਾਲ ਗੁਰੂ ਸਾਹਿਬ ਦੀ ਸੇਵਾ ਕਰਦਾ। ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਨਾਲ ਸਨ। ਫਿਰ ਗੁਰੂ ਸਾਹਿਬ ਸ਼ੇਖ ਬ੍ਰਹਮ ਤੋਂ ਵਿਦਾ ਹੋਏ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਅੱਗੇ ਚੱਲ ਪਏ।